सो प्यारी साध संगत, अज आपने जो जपजी साहिब की लड़ीवार विचार कथा चल रही है, जपजी साहिब की अज आपने 32ਵੀਂ पौड़ी की विचार करनी है। उच्चारण करो एक बारी, सतनाम श्री वाहिगुरू। एक दू जीबो लख होए, लख होवे लख वीस, लख लख गेड़ा आखिए, एक नाम जगदीश, एत राह पत पौड़ियां, चढ़िए होए 21, सुन गल्लां आकाश की, कीटां आई रीस, नानक नदरी पाईए, कूड़ी कूड़े ठीस। सो यह 32ਵੀਂ पौड़ी है। ये 32ਵੀਂ पौड़ी दे विच सतगुरु गुरु नानक देव महाराज जो बख्शिश करते हैं। देखो, इस बाणी का नाम जप है। जप जप का अर्थ है सिमरना, उसकी याद में जुड़ना, उसदे गुण गाने। किसी दे गुण गाने? जप तो पहला आप मूल मंत्र पढ़िया विचारिया कि वो एक है, उसका कोई आकार नहीं है, एक ओंकार। सतनाम, उसका नाम सत है, वो सदा कायम रहने वाला। वो करता, सारी सृष्टि का रचना वाला, सर्व व्यापक है, करता पुरख, निरभौ है, उसनूं किसी का डर नहीं है, निर्वैर है, किसी नाल वैर नहीं करता, अकाल मूर्त, उसदी हस्ती, उसदे उत्ते समय का कोई प्रभाव नहीं है। अजूनी, वो जूनिया च नहीं पैंदा। सह भंग, वो अपने आप तो ही है, उसका माता पिता कोई नहीं है, उसनों किसी ने नहीं बनाया, उसनों किसी ने प्रगट नहीं किया, वो अपने आप तो आप ही प्रगट है। गुर प्रसाद, गुरु की कृपा दे नाल उहदे नाल मिलाप होंदा है। पहले तो इस मूल मंत्र को सानू समझना पऊगा। उहदे नाल मिलाप करन वास्ते ही अगे जप है। जपजी साहिब कहने जिसनों ज्यों ज्यों असीं उसनूं जपदे जावांगे, जप किसी ने कराउणा? गुरु ने कराउणा। ज्यों ज्यों असीं गुरु के शब्द नूं पढ़ांगे बड़े प्यार नाल, गुरु की बाणी नूं बड़े प्यार नाल पढ़ांगे, गुरु की बाणी नूं बड़े प्यार दे नाल सुणदे जावांगे, विचारदे जावांगे, त्यों त्यों उस प्रभु का सिमरन, उस प्रभु की याद साडे हिरदे विच पक्की हुंदी जावेगी। जदों हिरदे विच पक्की होगी ना याद उसदी, फिर जपने की लोड़ नहीं पानी, अपने आप ही जप होएगा। उसने विसरना ही नहीं है, फिर वो याद रहिंदा। फिर इदां उहदी याद हिरदे विच पक्की करनी। लेकिन जेकर उहदी याद हिरदे विच पक्की नहीं हुई, जप भी चलदा, जप भी कर रहा, बाणी भी पढ़ रहा, फिर बाणी पढ़ के हंकार भी करेगा बंदा। हो मैं इन्नी बाणी पढ़ी, गिणतियां मिणतियां भी करदा बंदा, मैं इन्ने पाठ कर दिंदा। जदों हिरदे विच प्रभु की याद पक्की होगी ना,
ਫਿਰ ਉਹ ਇੱਦਾਂ ਦੀਆਂ ਗੱਲਾਂ ਨਹੀਂ ਕਰੇਗਾ। ਮੈਂ ਇੰਨੀਆਂ ਬਾਣੀਆਂ ਪੜ੍ਹ ਲੈਂਦਾ, ਮੈਂ ਇੰਨਾ ਪੁੰਨ ਕਰਦਾ, ਇੰਨਾ ਦਾਨ ਕਰਦਾ, ਇਹ ਗੱਲਾਂ ਖਤਮ ਹੋ ਜਾਣਗੀਆਂ ਉਹਦੀਆਂ ਜਦੋਂ ਉਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਹੋ ਗਈ। ਫਿਰ ਉਹ ਇੱਦਾਂ ਦੀਆਂ ਗੱਲਾਂ ਨਹੀਂ ਕਰੇਗਾ। ਕਈ ਬੰਦੇ ਆਪਾਂ ਸੁਣੇ ਆ ਨਾ, ਕਹਿੰਦੇ ਵੀ ਮੈਂ ਤਾਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ, 2 ਦਿਨ ਨਹੀਂ ਕਰ ਹੋਇਆ, ਫਿਰ ਮੈਂ ਅੱਜ 2 ਇਕੱਠੇ ਕਰਤੇ। ਮੈਂ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕਰਦਾ, 4 ਦਿਨ ਮੇਰੇ ਕੋਲੋਂ ਪਾਠ ਨਹੀਂ ਕਰ ਹੋਇਆ ਸੁਖਮਨੀ ਸਾਹਿਬ ਦਾ, ਮੈਂ ਇੱਕੋ ਦਿਨ ਵਿੱਚ 4 ਕਰ ਦਿੱਤੇ। 4 ਦਿਨ ਦੀਆਂ ਸੁਖਮਨੀਆਂ ਇੱਕ ਦਿਨ ਵਿੱਚ ਪੜ੍ਹ ਦਿੱਤੀਆਂ। ਗਿਣਤੀਆਂ ਮਿਣਤੀਆਂ ਵਿੱਚ ਬੰਦਾ ਪਿਆ ਰਹਿੰਦਾ। ਮੈਂ ਇੰਨੇ ਪਾਠ ਕਰ ਦਿੰਦਾ, ਇੰਨੇ ਜਪਜੀ ਸਾਹਿਬ ਦੇ ਪਾਠ ਕਰ ਦਿੰਦਾ, ਮੈਂ ਘੰਟਾ ਸਿਮਰਨ ਕਰਦਾ, ਮੈਂ 2 ਘੰਟੇ ਸਿਮਰਨ ਕਰਦਾ। ਉਹ ਇੱਦਾਂ ਦੀਆਂ ਗੱਲਾਂ ਕਰੇਗਾ ਜਿੰਨਾ ਚਿਰ ਪ੍ਰਭੂ ਦੀ ਯਾਦ ਹਿਰਦੇ ਵਿੱਚ ਪੱਕੀ ਨਹੀਂ ਹੋਈ। ਇਹ ਵੀ ਹੰਕਾਰ ਹੈ। ਜਦੋਂ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਹੋ ਗਈ, ਉਹ ਮਨੁੱਖ ਫਿਰ ਹੰਕਾਰ ਨਹੀਂ ਕਰੇਗਾ। ਉਹਦਾ ਆਪਾ ਭਾਵ ਖਤਮ ਹੋ ਜਾਂਦਾ। ਜਿਵੇਂ ਕਿ ਇੱਕ ਭਾਈ ਸਾਹਿਬ, ਅਸੀਂ ਜਪ ਕਿਉਂ ਕਰਨਾ, ਬਾਣੀ ਕਿਉਂ ਪੜ੍ਹਨੀ ਹੈ, ਜਪ ਕਿਉਂ ਕਰਨਾ, ਇਸ ਕਰਕੇ ਕਰਨਾ ਕਿਉਂਕਿ ਜਿਸ ਦਾ ਜਪ ਕਰਦੇ ਨਾ ਅਸੀਂ ਉਹਦਾ ਰੂਪ ਹੋਣਾ, ਉਹਦੇ ਵਿੱਚ ਲੀਨ ਹੋਣਾ। ਅਸੀਂ ਗੁਰੂ ਦੀ ਬਾਣੀ ਇਸ ਕਰਕੇ ਪੜ੍ਹਦੇ ਹਾਂ, ਬਾਣੀ ਪੜ੍ਹ ਕੇ ਵਿਚਾਰ ਕੇ ਅਸੀਂ ਗੁਰੂ ਦੇ ਵਿੱਚ ਲੀਨ ਹੋਣਾ, ਉਸ ਰੱਬ ਦੇ ਵਿੱਚ ਲੀਨ ਹੋਣਾ, ਆਪਣੀ ਆਤਮਾ ਨੂੰ ਉਹਦੇ ਵਿੱਚ ਲੀਨ ਕਰਨਾ। ਆਹ ਮਤਲਬ ਹੈ। ਜਿੰਨਾ ਚਿਰ ਸਾਡੀ ਆਤਮਾ ਉਹਦੇ ਵਿੱਚ ਲੀਨ ਨਹੀਂ ਹੋਈ, ਉਨਾ ਚਿਰ ਸਾਡੇ ਅੰਦਰ ਹੰਕਾਰ ਹੈ, ਉਨਾ ਚਿਰ ਸਾਡੇ ਅੰਦਰ ਹੰਕਾਰ ਹੈ। ਪਰ ਉਹਦੇ ਵਿੱਚ ਲੀਨ ਹੋਣ ਦਾ ਢੰਗ ਇਹੀ ਹੈ, ਉਹਨੂੰ ਜਪਦੇ ਰਹੀਏ, ਬਾਣੀ ਪੜ੍ਹਦੇ ਰਹੀਏ। ਹੰਕਾਰ ਖਤਮ ਕਰਨਾ ਨਾ, ਰੋਜ਼ ਗੁਰੂ ਦੀ ਸੰਗਤ ਕਰਦੇ ਰਹੀਏ, ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਰਹੀਏ। ਭਾਵੇਂ ਸਾਡੇ ਅੰਦਰ ਹੰਕਾਰ ਹੈ, ਇੱਕ ਦਿਨ ਖਤਮ ਹੋਏਗਾ। ਰੋਜ਼ ਗੁਰੂ ਦੀ ਬਾਣੀ ਨੂੰ ਪੜ੍ਹਦੇ ਰਹੀਏ, ਰੋਜ਼ ਗੁਰੂ ਦੀ ਬਾਣੀ ਨੂੰ ਵਿਚਾਰਦੇ ਰਹੀਏ, ਰੋਜ਼ ਗੁਰੂ ਦੀ ਬਾਣੀ ਨੂੰ ਸੁਣਦੇ ਰਹੀਏ। ਇੱਕ ਦਿਨ ਐਸਾ ਆਏਗਾ ਸਾਡੀ ਆਤਮਾ ਪ੍ਰਮਾਤਮਾ ਵਿੱਚ ਜ਼ਰੂਰ ਲੀਨ ਹੋਏਗੀ। ਜਿੰਨਾ ਚਿਰ ਲੀਨ ਨਹੀਂ ਹੋਈ, ਉਨਾ ਚਿਰ ਸਾਡੇ ਅੰਦਰ ਹੰਕਾਰ ਹੈ। ਪਰ ਲੀਨ ਕਰਨ ਵਾਸਤੇ ਸਾਨੂੰ ਰੋਜ਼ ਗੁਰੂ ਦਾ ਦਰਸ਼ਨ ਕਰਨਾ ਪਏਗਾ। ਜਿਵੇਂ ਕਿ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਹੈ, ਕਹਿੰਦੇ ਪੇਖਤ ਜੈਸੇ ਰਤਨ ਪਾਰਖ ਹੋਏ। ਜਿਵੇਂ ਕੋਈ ਬੰਦਾ ਕਿਸੇ ਰਤਨਾਂ ਨੂੰ ਰੋਜ਼ ਦੇਖੇ, ਇੱਕ ਦਿਨ ਉਹ ਰਤਨਾਂ ਦਾ ਪਾਰਖੂ ਹੋ ਜਾਂਦਾ। ਜਿਵੇਂ ਕੋਈ ਪਸ਼ੂ ਰੱਖਣ ਵਾਲੇ ਨੇ, ਜਿਹੜੇ ਹਰ ਵਕਤ ਪਸ਼ੂਆਂ ਵਿੱਚ ਰਹਿੰਦੇ, ਪਸ਼ੂ ਪਾਲਦੇ ਨੇ, ਉਹਨਾਂ ਨੂੰ ਪਸ਼ੂਆਂ ਦੀ ਪਛਾਣ ਹੋ ਜਾਂਦੀ, ਕਿਹੜਾ ਪਸ਼ੂ ਚੰਗਾ ਹੈ। ਹਰ ਵਕਤ ਪਸ਼ੂਆਂ ਵਿੱਚ ਰਹਿਣਾ, ਪਸ਼ੂ ਪਾਲਦਾ, ਪਸ਼ੂ ਰੱਖਦਾ। ਜਿਵੇਂ ਖੇਤੀਬਾੜੀ ਕਰਨ ਵਾਲੇ ਨੂੰ ਪਤਾ ਹੁੰਦਾ ਖੇਤੀ ਕਿਵੇਂ ਕਰਨੀ, ਉਸ ਨੂੰ ਸਭ ਤਰ੍ਹਾਂ ਦੇ ਬੀਜਾਂ ਦਾ ਪਤਾ ਲੱਗ ਜਾਂਦਾ। ਕਈ ਘੋੜਿਆਂ ਦਾ ਵਪਾਰ ਕਰਦੇ, ਜਿਵੇਂ ਸੁਨਿਆਰਾ, ਉਹਨੂੰ ਸੋਨੇ ਦਾ, ਹਰ ਵਕਤ ਸੋਨੇ ਨੂੰ ਦੇਖਣਾ ਉਸਨੇ, ਉਹ ਸੋਨੇ ਦਾ ਪਾਰਖੂ ਹੋ ਜਾਂਦਾ। ਇਸੇ ਤਰੀਕੇ ਨਾਲ ਜਦੋਂ ਕੋਈ ਰੋਜ਼ ਗੁਰੂ ਦੇ ਸ਼ਬਦ ਨਾਲ ਜੁੜਦਾ, ਰੋਜ਼ ਗੁਰੂ ਦੀ ਬਾਣੀ ਨਾਲ ਜੁੜਦਾ, ਰੋਜ਼ ਗੁਰੂ ਦੇ ਸ਼ਬਦ ਨਾਲ ਜੁੜਦਾ, ਉਸ ਨੂੰ ਰੱਬ ਦੀ ਪਛਾਣ ਹੋ ਜਾਂਦੀ, ਉਸ ਨੂੰ ਗੁਰੂ ਦੀ ਪਛਾਣ ਹੋ ਜਾਂਦੀ। ਗੁਰੂ ਕੀ ਕਹਿਣਾ ਚਾਹੁੰਦਾ, ਗੁਰੂ ਕੀ ਸਮਝਾਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਪੇਖਤ ਜੈਸੇ ਰਤਨ ਪਾਰਖ ਹੋਏ, ਸੁਣਤ ਜੈਸੇ ਪੰਡਤ ਪ੍ਰਵੀਨ ਹੈ। ਬੰਦਾ ਰੋਜ਼ ਸੁਣਦਾ ਰਹੇ, ਵਿਦਵਾਨਾਂ ਕੋਲੋਂ ਸੁਣਦਾ ਰਹੇ, ਉਹ ਸੁਣ ਕੇ ਹੀ ਇੱਕ ਦਿਨ ਪੰਡਤ ਹੋ ਜਾਂਦਾ, ਵਿਦਵਾਨ ਬਣ ਜਾਂਦਾ। ਸੁਣ ਕੇ ਸੁਣਦਾ ਰਹੇ, ਸੁਣ ਕੇ ਪੰਡਤਾਂ ਕੋਲੋਂ, ਭਾਵ ਵਿਦਵਾਨਾਂ ਦੇ ਕੋਲੋਂ ਵਿਦਿਆ ਸੁਣਦਾ, ਉਹ ਸੁਣ ਕੇ ਹੀ ਵਿਦਵਾਨ ਬਣ ਜਾਂਦਾ, ਪੰਡਤ ਬਣ ਜਾਂਦਾ।
ਜੇ ਸੁਣਦਾ ਰਹੇ। ਇਸੇ ਤਰੀਕੇ ਨਾਲ ਸੁੰਗਤ ਸੁੰਗਤ ਜੈਸੇ ਸੁੰਗਤ ਸੁੰਗਤ ਸੌਂਦਾ ਜੈਸੇ ਤੋਂ ਸਵਾਸੀ ਹੋਤ। ਸੁੰਘਣ ਵਾਲਾ ਜਿਹੜਾ ਹਰ ਵਕਤ ਕੋਈ ਸੁਗੰਧੀਆਂ ਨੂੰ ਸੁੰਘਦਾ, ਉਹ ਪਾਰਖੂ ਹੋ ਜਾਂਦਾ ਸੁਗੰਧੀਆਂ ਦਾ ਕਿ ਇੱਥੇ ਫਲਾਣੀ ਚੀਜ਼ ਪਈ ਹੈ, ਉਹਨੂੰ ਸੁਗੰਧੀ ਆ ਜਾਂਦੀ ਹੈ, ਕਿਉਂਕਿ ਹਰ ਵਕਤ ਸੁਗੰਧੀਆਂ ਨੂੰ ਸੁੰਘਦਾ ਉਹਨੂੰ ਪਤਾ ਚੱਲ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਸੁੰਗਤ ਸੁੰਗਤ ਸੌਂਦਾ ਜੈਸੇ ਤੋਂ ਸਵਾਸੀ ਹੋਤ, ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਜਿਵੇਂ ਗਾਉਣ ਵਾਲਾ ਗਾਉਂਦਾ ਰਹੇ, ਜਿਉਂ ਜਿਉਂ ਗਾਉਂਦਾ, ਜਿਉਂ ਜਿਉਂ ਗਾਉਂਦਾ, ਗਾ ਗਾ ਕੇ ਇੱਕ ਦਿਨ ਐਸਾ ਗਵਈਆ ਬਣਦਾ, ਗਵਈਆਂ ਦੇ ਵਿੱਚੋਂ ਚੋਟੀ ਦਾ ਗਵਈਆ ਬਣ ਜਾਂਦਾ। ਚੰਗੇ ਗਾਉਣ ਵਾਲਿਆਂ ਦੇ ਵਿੱਚ ਉਹਦਾ ਨਾਂ ਆ ਜਾਂਦਾ, ਗਾ ਗਾ ਕੇ। ਪਰ ਗਾ ਗਾ ਕੇ ਆਊਗਾ ਨਾ, ਜਿਉਂ ਜਿਉਂ ਬੰਦਾ ਗਾਉਂਦਾ ਰਹੇ, ਜਿੱਦਾਂ ਦਾ ਵੀ ਉਸ ਨੂੰ ਆਉਂਦਾ, ਹੌਲੀ 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 ਜਿਉਂ ਜਿਉਂ ਅਭਿਆਸ ਕਰਦਾ, ਤਿਉਂ ਤਿਉਂ ਉਹਦੇ ਕੋਲ ਗਾਉਣ ਦਾ ਗੁਣ ਉਹਦੇ ਅੰਦਰ ਵੱਧਦਾ ਚਲੇ ਜਾਂਦਾ। ਇੱਕ ਦਿਨ ਚੰਗੇ ਗਵਈਆਂ ਦੇ ਵਿੱਚ ਉਹਦਾ ਨਾਮ ਆ ਜਾਂਦਾ। ਕਹਿੰਦੇ ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ, ਲਿਖਤ ਲਿਖਤ ਜੈਸੇ ਤੋਂ ਲੇਖਕ ਹੋਤ। ਜਿਵੇਂ ਲਿਖਦਾ ਰਹੇ ਕੋਈ ਲਿਖਦਾ ਰਹੇ, ਉਹ ਲਿਖਦਾ 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 ਇੱਕ ਦਿਨ ਲੇਖਕ ਬਣ ਜਾਂਦਾ, ਉਹ ਲਿਖਾਰੀ ਬਣ ਜਾਂਦਾ, ਲਿਖਦਾ ਲਿਖਦਾ ਹੀ। ਇਸੇ ਤਰੀਕੇ ਨਾਲ ਜੋ ਬੰਦਾ ਰੋਜ਼ ਲਿਖਦਾ, ਕਹਿੰਦੇ ਲਿਖਤ ਲਿਖਤ ਜੈਸੇ ਤੋਂ ਲੇਖਕ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਪੀਨ ਹੈ। ਜਿਹੜਾ ਬੇਅੰਤ ਪਦਾਰਥਾਂ ਨੂੰ ਭੋਗਦਾ, ਰਸ ਲੈਂਦਾ, ਰਸ ਭੋਗਦਾ, ਉਸ ਨੂੰ ਸਭ ਰਸਾਂ ਦੀ ਪਛਾਣ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਚਲਤ ਚਲਤ ਜੈਸੇ ਪਹੁੰਚੇ ਠਿਕਾਨੇ ਜਾਏ। ਜੋ ਮਨੁੱਖ ਤੁਰਦਾ ਰਹੇ, ਕਿਸੇ ਮੰਜ਼ਿਲ ਪਰ ਜਾਣਾ, ਮੰਜ਼ਿਲ ਭਾਵੇਂ ਦੂਰ ਆ ਪਰ ਤੁਰਦਾ ਰਹੇ। ਜਿਹੜਾ ਤੁਰਨ ਵਾਲਾ ਉਹ ਤੁਰਦਾ 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 ਇੱਕ ਸਮੇਂ ਉਹ ਮੰਜ਼ਿਲ ਉੱਤੇ ਪਹੁੰਚ ਜਾਂਦਾ, ਜੇ ਤੁਰਦਾ ਰਹੇ। ਜੇ ਇੱਦਾਂ ਹੀ ਕਹੀ ਜਾਵੇ ਵੀ ਤਾਂ ਮੰਜ਼ਿਲ ਬਹੁਤ ਦੂਰ ਹੈ, ਜਾਏ ਨਹੀਂ ਹੋਣਾ, ਫਿਰ ਤਾਂ ਜਾਏ ਨਹੀਂ ਨਾ ਹੋਣਾ। ਪਰ ਤੁਰਦਾ ਰਹੇ। ਜੋ ਮਨੁੱਖ ਤੁਰਦਾ 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 ਇੱਕ ਦਿਨ ਇੱਕ ਸਮੇਂ ਉਹ ਮੰਜ਼ਿਲ ਉੱਤੇ ਪਹੁੰਚੇ ਜਾਂਦਾ। ਇਸੇ ਤਰੀਕੇ ਨਾਲ ਖੋਜਤ ਖੋਜਤ ਗੁਰ ਸ਼ਬਦ ਲਿਵ ਲੀਨ ਹੈ। ਇਸੇ ਤਰੀਕੇ ਨਾਲ ਭਾਈ ਜੋ ਗੁਰੂ ਦੇ ਸ਼ਬਦ ਨੂੰ ਪੜ੍ਹਦਾ, ਗੁਰੂ ਦੀ ਬਾਣੀ ਨੂੰ ਪੜ੍ਹਦਾ, ਗੁਰੂ ਦੇ ਸ਼ਬਦ ਨੂੰ ਖੋਜਦਾ 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 ਇੱਕ ਦਿਨ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦਾ, ਆਪਾ ਭਾਵ ਗਵਾ ਲੈਂਦਾ। ਉਹਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ, ਗੁਰੂ ਦਾ ਰੂਪ ਹੋ ਜਾਂਦਾ, ਰੱਬ ਦਾ ਹੀ ਰੂਪ ਹੋ ਜਾਂਦਾ। ਇਹ ਰੱਬ ਦਾ ਰੂਪ ਹੋਣਾ ਅਸੀਂ ਗੁਰੂ ਦੀ ਬਾਣੀ ਪੜ੍ਹਨ ਨਾਲ, ਗੁਰੂ ਦੀ ਬਾਣੀ ਪੜ੍ਹ ਪੜ੍ਹ ਕੇ, ਖੋਜ ਖੋਜ ਕੇ, ਵਿਚਾਰ ਵਿਚਾਰ ਕੇ। ਪਰ ਜੇ ਕੋਈ ਗੁਰੂ ਦੇ ਸ਼ਬਦ ਵਿੱਚ, ਗੁਰੂ ਦੀ ਬਾਣੀ ਦੇ ਵਿੱਚ ਲੀਨਤਾ ਹੋਵੇ ਨਾ, ਵਿਚਾਰੇ ਤਾਂ ਹੈ ਨਾ, ਅਤੇ ਮਾਣ ਕਰੇ ਮੈਂ ਇੰਨੇ ਪਾਠ ਕਰ ਲੈਂਦਾ, ਇੰਨਾ ਸਿਮਰਨ ਕਰਦਾ, ਮੈਂ ਸਵੇਰੇ ਵੀ 2 ਘੰਟੇ ਸਿਮਰਨ ਕਰਦਾ, ਸ਼ਾਮ ਨੂੰ ਵੀ ਇੰਨੇ ਘੰਟੇ ਸਿਮਰਨ ਕਰਦਾ, ਇੰਨੀਆਂ ਬਾਣੀਆਂ ਪੜ੍ਹ ਦਿੰਦਾ, ਮੈਂ ਇੰਨੇ ਜਪ ਕਰਦਾ, ਮੈਂ ਇੰਨੇ ਤਪ ਕਰਦਾ, ਇਹ ਸਭ ਹੰਕਾਰ ਹੈ। ਪਰ ਇਹ ਹੰਕਾਰ ਖਤਮ ਇੱਦਾਂ ਹੀ ਹੋਣਾ, ਪੜ੍ਹ ਪੜ੍ਹ ਕੇ, ਵਿਚਾਰ ਵਿਚਾਰ ਕੇ, ਸਮਝ ਸਮਝ ਕੇ, ਗੁਰੂ ਦੀ ਸੰਗਤ ਕਰ ਕਰਕੇ। ਹੰਕਾਰ ਤਾਂ ਇੱਦਾਂ ਹੀ ਖਤਮ ਹੋਣਾ ਨਾ। ਪਰ ਜੇ ਕੋਈ ਮੰਜ਼ਿਲ ਪਰ ਅਜੇ ਪਹੁੰਚਿਆ ਨਹੀਂ, ਪਰ ਕਹੇ ਮੈਂ ਇੰਨਾ ਪਾਠ ਕਰ ਲੈਂਦਾ, ਉਹਨਾਂ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਪੌੜੀ ਦੇ ਵਿੱਚ ਸਾਨੂੰ ਵਿਚਾਰ ਦਿੰਦੇ ਹਨ। ਕੀ ਕਹਿੰਦੇ ਹਨ?
ਕਹਿੰਦੇ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ। ਜੇ ਕਹਿੰਦੇ ਇੱਕ ਜੀਵ ਤੋਂ ਲੱਖ ਜੀਭਾਂ ਹੋ ਜਾਣ, ਇੱਕ ਜੀਵ ਤੋਂ ਲੱਖ ਜੀਭਾਂ ਹੋ ਜਾਣ, ਲੱਖ ਹੋਵੇ ਲੱਖ ਵੀਸ, ਲੱਖ ਜੀਭਾਂ ਤੋਂ 20 ਲੱਖ ਜੀਭਾਂ ਬਣ ਜਾਣ, ਲੱਖ ਹੋਵੇ ਲੱਖ ਵੀਸ, ਲੱਖ ਜੀਭਾਂ ਤੋਂ 20 ਲੱਖ ਜੀਭਾਂ ਬਣ ਜਾਣ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਉਸ ਵਾਹਿਗੁਰੂ ਦਾ ਨਾਮ ਜੇ ਇਹ 20 ਲੱਖ ਜੀਭਾਂ ਲੱਖ ਲੱਖ ਵਾਰੀ ਵੀ ਉਸ ਵਾਹਿਗੁਰੂ ਦਾ ਨਾਮ ਜਪਣ, ਲੱਖ ਲੱਖ ਵਾਰੀ ਵੀ ਨਾਮ ਜਪਣ, ਇਹ 20 ਲੱਖ ਜੀਭਾਂ, ਕਹਿੰਦੇ ਫਿਰ ਵੀ ਜੇ ਉਹ ਮਾਣ ਕਰੇ ਕਿ ਮੈਂ ਬੜਾ ਉਦਮ ਕਰਦਾ, ਮੈਂ ਬੜਾ ਨਾਮ ਜਪਦਾ, ਮੈਂ ਬੜਾ ਸਿਮਰਨ ਕਰਦਾ, ਆਪਣੇ ਇਸ ਕੀਤੇ ਹੋਏ ਉਦਮ ਦਾ ਹੰਕਾਰ ਕਰੇ, ਕਹਿੰਦੇ ਇਹ ਮਾਨੋ ਉਸ ਝੂਠੇ ਮਨੁੱਖ ਦੀਆਂ ਝੂਠੀਆਂ ਗੱਪਾਂ ਹਨ। ਇਹ ਗੱਪਾਂ ਮਾਰ ਰਿਹਾ ਹੈ, ਇਹ ਸਭ ਦੀਆਂ ਗੱਪਾਂ। ਕਿ ਮੈਂ ਇੰਨਾ ਸਿਮਰਨ ਕਰਦਾ, ਇੰਨੀ ਬਾਣੀ ਪੜ੍ਹਦਾ, ਇਹ ਉਨਾ ਚਿਰ ਗੱਪਾਂ ਵਿੱਚ ਮੰਨਿਆ ਜਾਣਾ। ਕਿਉਂਕਿ ਕਹਿੰਦੇ ਏਤ ਰਾਹ ਪਤ ਪਵੜੀਆਂ ਚੜੀਏ ਹੋਏ 21। ਕਹਿੰਦੇ ਇਹ ਰੱਬ ਦੇ ਮਿਲਾਪ ਦਾ ਜਿਹੜਾ ਰਸਤਾ ਹੈ, ਰੱਬ ਦੇ ਮਿਲਾਪ ਦਾ ਰਸਤਾ ਤਾਂ ਇਹੀ ਹੈ ਨਾ, ਬਾਣੀ ਪੜ੍ਹਨਾ, ਗੁਰੂ ਦੀ ਸੰਗਤ ਕਰਨੀ, ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੀ ਬਾਣੀ ਨੂੰ ਵਿਚਾਰਨਾ, ਰਸਤਾ ਤਾਂ ਇਹੀ ਹੈ, ਹੋਰ ਤਾਂ ਕੋਈ ਰਸਤਾ ਨਹੀਂ ਹੈ। ਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ। ਕਹਿੰਦੇ ਇਹ ਉਹ ਪਤੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਾਪ ਦੀਆਂ ਜਿਹੜੀਆਂ ਪੌੜੀਆਂ ਉਹ ਇਹੀ ਹਨ। ਗੁਰੂ ਦੀ ਬਾਣੀ ਆਪਾਂ ਨੇ ਪਹਿਲਾਂ ਜੋ ਪੌੜੀਆਂ ਦੀ ਵਿਚਾਰ ਕੀਤੀ ਹੈ, 4 ਪੌੜੀਆਂ ਸੁਣਨ ਦੀਆਂ, ਫਿਰ ਮੰਨਣ ਦੀਆਂ। ਦੇਖੋ ਰਸਤਾ ਇਹੀ ਹੈ, ਪੌੜੀਆਂ ਇਹੀ ਹਨ। ਪਰ ਇਹਨਾਂ ਪੌੜੀਆਂ ਦੇ ਉੱਤੇ ਚੜ੍ਹਦੇ, ਇਸ ਰਸਤੇ ਤੇ ਚੱਲਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣਾ। ਚੜ੍ਹੀਏ ਹੋਏ 21, ਆਪਾ ਭਾਵ ਤਿਆਗਣਾ ਹੈ, ਹੰਕਾਰ ਛੱਡਣਾ ਹੈ, ਉਹਦੇ ਹੁਕਮ ਨੂੰ ਸਮਝਣਾ, ਉਹਦੀ ਰਜ਼ਾ ਨੂੰ ਸਮਝਣਾ, ਤਾਂ ਕੂੜ ਦੀ ਪਾਲ ਟੁੱਟਣੀ ਹੈ। ਤੋੜੀ ਤਾਂ ਕੂੜ ਦੀ ਪਾਲਣ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ ਨੂੰ ਬੁੱਝਣਾ। ਜੇਕਰ ਹੁਕਮ ਨੂੰ ਨਹੀਂ ਬੁੱਝਿਆ ਅਤੇ ਮਨੁੱਖ ਜਪ ਤਪ ਕਰਕੇ ਹੰਕਾਰ ਕਰੇ, ਕਹਿੰਦੇ ਉਹ ਹੰਕਾਰੀ ਮਨੁੱਖ ਦੀਆਂ ਗੱਪਾਂ ਹੀ ਆ। ਸਤਿਗੁਰੂ ਜੀ ਕਹਿੰਦੇ ਆ ਏਤ ਰਾਹ ਪਤ ਪਵੜੀਆਂ ਚੜ੍ਹੀਏ ਹੋਏ 21। ਇਹ ਰਾਹ ਰੱਬ ਦੇ ਮਿਲਾਪ ਵਾਲਾ ਰਾਹ, ਰੱਬ ਦੇ ਰਾਹ ਮਿਲਾਪ ਵਾਲਾ ਰਸਤਾ ਕਿਹੜਾ? ਸਾਧ ਸੰਗਤ, ਸਤ ਸੰਗਤ ਵਿੱਚ ਬੈਠਣਾ, ਗੁਰੂ ਦੀ ਬਾਣੀ ਨੂੰ ਸੁਣਨਾ। ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਹੈ, ਬਲਿਹਾਰੀ ਤਿਨਾ ਗੁਰ ਸਿੱਖਾਂ ਜਾਏ ਜਿਨਾ ਗੁਰ ਦਰਸ਼ਨ ਡਿੱਠਾ, ਬਲਿਹਾਰੀ ਤਿਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬੈਠਾ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਗਏ, ਚਲੇ ਗਏ। ਬਲਿਹਾਰੀ ਤਿਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬੈਠਾ। ਪੈਰੀ ਪੈ ਕੇ ਗੁਰੂ ਦੇ ਅੱਗੇ ਆਪਾਂ ਨਮਸਕਾਰ ਕਰਦੇ, ਫਿਰ ਸਾਧ ਸੰਗਤ ਵਿੱਚ ਬੈਠਦੇ। ਕਹਿੰਦੇ ਜਿਹੜੇ ਕਈ ਤਾਂ ਬੈਠਦੇ ਵੀ ਨਹੀਂ ਹੈ, ਮੱਥਾ ਟੇਕ ਕੇ ਚਲੇ ਗਏ। ਪੈਰੀ ਪੈ ਗੁਰ ਸਭਾ ਬੈਠਾ, ਬਲਿਹਾਰੀ ਤਿਨਾ ਗੁਰ ਸਿੱਖਾਂ ਗੁਰਮਤਿ ਬੋਲ ਬੋਲਦੇ ਮਿੱਠਾ। ਮੈਂ ਉਹਨਾਂ ਤੋਂ ਸਦਕੇ ਜਾਂਦਾ ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਆ, ਫਿਰ ਮਿੱਠਾ ਬੋਲਦੇ ਹਨ, ਗੁਰੂ ਦੀ ਬਾਣੀ ਉਚਾਰਨ ਲੱਗ ਜਾਂਦੇ ਹਨ, ਜਿਨ੍ਹਾਂ ਦਾ ਸੁਭਾਅ ਬੜਾ ਮਿੱਠਾ ਪਿਆਰ ਵਾਲਾ ਬਣ ਜਾਂਦਾ। ਬਲਿਹਾਰੀ ਤਿਨਾ ਗੁਰ ਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ। ਮੈਂ ਉਹਨਾਂ ਤੋਂ ਸਦਕੇ ਜਾਂਦਾ
ਜਿਹੜੇ ਸਾਰ ਸੰਗੀ ਸਤ ਸੰਗੀਆਂ ਨੂੰ ਹੀ ਆਪਣੇ ਪੁੱਤਰ ਮਿੱਤਰ ਭਰਾ ਆਪਣਾ ਪਰਿਵਾਰ ਸਮਝਦੇ ਹਨ। ਇਹ ਵੀ ਅਸਲ ਪਰਿਵਾਰ ਸਾਡਾ ਇਹੀ ਹੈ। ਬਲਿਹਾਰੀ ਤਿਨਾ ਗੁਰਸਿੱਖਾਂ ਗੁਰ ਸੇਵਾ ਜਾਣਨ ਅਬਰਿੱਠਾ, ਗੁਰੂ ਦੀ ਸੇਵਾ ਨੂੰ ਪਿਆਰੀ ਸਮਝਦੇ ਹਨ। ਬਲਿਹਾਰੀ ਤਿਨਾ ਗੁਰਸਿੱਖਾਂ ਆਪ ਤਰੇ ਤਾਰੇਣ ਸਰਿੱਠਾ, ਆਪ ਤਰਦੇ ਆ ਤੇ ਦੂਜਿਆਂ ਨੂੰ ਵੀ ਤਾਰਦੇ ਆ। ਗੁਰਸਿੱਖ ਮਿਲਿਆ ਪਾਪ ਪੁਨਿੱਠਾ, ਗੁਰਸਿੱਖਾਂ ਦੇ ਨਾਲ ਮੇਲ ਕਰਨ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਆ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ। ਇਸ ਕਰਕੇ ਇਹੀ ਰਸਤਾ ਹੈ, ਹੋਰ ਰਸਤਾ ਕੋਈ ਨਹੀਂ ਹੈ। ਗੁਰੂ ਦੀ ਬਾਣੀ ਨਾਲ ਜੁੜਨਾ, ਸਤ ਸੰਗਤ ਕਰਨੀ, ਇਹ ਸਤ ਸੰਗਤ ਕਰਦੇ ਰਹੋ। ਇਹ ਸਤ ਸੰਗਤ ਕਰਨ ਦਾ ਮਤਲਬ ਇਹ ਹੈ, ਗੁਰਬਾਣੀ ਪੜ੍ਹਨ ਦਾ ਮਤਲਬ, ਗੁਰਬਾਣੀ ਨੂੰ ਵਿਚਾਰਨ ਦਾ ਮਤਲਬ ਇਹ ਹੈ ਉਸ ਰੱਬ ਦੇ ਵਿੱਚ ਲੀਨ ਹੋਣਾ, ਉਹਦੀ ਰਜ਼ਾ ਵਿੱਚ ਚੱਲਣਾ ਸਿੱਖਣਾ। ਕਹਿੰਦੇ ਇਹ ਤਰ੍ਹਾਂ ਪਤ ਪਵੜੀਆਂ ਚੜ੍ਹੀਏ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਹੀਂ ਤਾਂ ਇੱਦਾਂ ਜੇ ਉਸ ਪ੍ਰਭੂ ਦੇ ਵਿੱਚ ਜੇ ਉਹਦਾ ਹੁਕਮ ਨਾ ਸਮਝਿਆ, ਉਹਦੀ ਰਜ਼ਾ ਨੂੰ ਨਾ ਸਮਝਿਆ, ਜੇ ਸਾਡੇ ਅੰਦਰ ਹੰਕਾਰ ਟਿਕਿਆ ਹੀ ਰਹਿ ਗਿਆ, ਫਿਰ ਤਾਂ ਉਸ ਮਨੁੱਖ ਦੀਆਂ ਇੱਦਾਂ ਦੀਆਂ ਗੱਲਾਂ ਜਿਵੇਂ ਆਕਾਸ਼ ਦੀ ਗੱਲ ਸੁਣ ਕੇ ਕੀੜੀਆਂ ਨੂੰ ਵੀ ਰੀਸ ਆ ਗਈ ਕਿ ਆਪਾਂ ਵੀ ਚੱਲੀਏ ਆਕਾਸ਼ ਉੱਤੇ। ਚਾਲ ਕੀੜੀਆਂ ਵਾਲੀ ਹੈ। ਕਹਿੰਦੇ ਇੱਦਾਂ ਨਹੀਂ ਤੂੰ ਪਹੁੰਚ ਸਕਦਾ ਉਸ ਰੱਬ ਤੱਕ। ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਰੀਸ ਆ ਗਈ ਕਿ ਅਸੀਂ ਵੀ ਆਕਾਸ਼ ਤੱਕ ਪਹੁੰਚ ਸਕਦੀਆਂ। ਉਹ ਤਾਂ ਇੱਦਾਂ ਦੀ ਗੱਲ ਹੈ। ਇਸ ਕਰਕੇ ਕਹਿੰਦੇ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ, ਐ ਨਾਨਕ ਜਿਸ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ, ਕਿਰਪਾ ਕਰਦਾ। ਨਾਨਕ ਨਜ਼ਰੀ ਪਾਈ ਹੈ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਮਿਹਰ ਭਰੀ ਨਿਗਾਹ ਕਰਦਾ ਤਾਂ ਉਸ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ, ਤਾਂ ਉਸ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ। ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ, ਨਹੀਂ ਤਾਂ ਮਨੁੱਖ ਦੀਆਂ ਝੂਠੇ ਮਨੁੱਖ ਦੀਆਂ ਝੂਠੀਆਂ ਗੱਪਾਂ ਹਨ, ਫੜਾਂ ਹਨ ਕਿ ਮੈਂ ਇੰਨੇ ਪਾਠ ਕਰ ਲੈਂਦਾ, ਇੰਨੇ ਜਪ ਕਰ ਲੈਂਦਾ। ਗੁਰੂ ਦੀ ਬਾਣੀ ਸਾਨੂੰ ਉਸ ਪ੍ਰਭੂ ਦੇ ਵਿੱਚ ਲੀਨ ਕਰਦੀ ਹੈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ, ਉਹਦੇ ਵਿੱਚ ਲੀਨ ਕਰਦੀ। ਜਿੰਨਾ ਚਿਰ ਉਹਦੇ ਵਿੱਚ ਲੀਨ ਨਹੀਂ ਨਾ ਹੁੰਦੇ, ਉਨਾ ਚਿਰ ਮਾਨੋ ਸਾਡੇ ਅੰਦਰ ਹੰਕਾਰ ਹੈ। ਜਦੋਂ ਉਹਦੇ ਵਿੱਚ ਲੀਨ ਹੋ ਗਈ ਸਾਡੀ ਆਤਮਾ, ਸਾਡੀ ਸੁਰਤੀ ਵਿਰਤੀ, ਫਿਰ ਮਨੁੱਖ ਗੱਪਾਂ ਨਹੀਂ ਮਾਰੇਗਾ, ਫੜਾ ਨਹੀਂ ਮਾਰੇਗਾ, ਹੰਕਾਰ ਦੀਆਂ ਗੱਲਾਂ ਨਹੀਂ ਕਰੇਗਾ, ਉਹਦੇ ਵਿੱਚ ਲੀਨ ਹੋਇਆ ਰਹਿੰਦਾ। ਸੋ ਇਹ ਵਿਚਾਰ ਸੀ ਅੱਜ ਜਪਜੀ ਸਾਹਿਬ ਜੀ ਦੀ 32ਵੀਂ ਪੌੜੀ ਦੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।